हाँ जी स्टूडेंट्स गुड मॉर्निंग। ਆਪਾਂ ਸਟਾਰਟ ਕਰਨ ਲੱਗੇ ਹੈਗੇ ਟ੍ਰਿਗਨੋਮੈਟ੍ਰਿਕ ਇਕੁਏਸ਼ਨਸ ਐਨ ਇਕੁਏਸ਼ਨ ਵਿਚ ਇਨਵੋਲਵਸ ਵਨ ਔਰ ਮੋਰ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਵਿਜ਼ sin theta cos theta tan theta etc of unknown angles is called trigonometric equation। ਜਿਸ ਇਕੁਏਸ਼ਨ ਦੇ ਵਿੱਚ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਹੋਣ ਜਿੱਦਾਂ ਕਿ sin theta cos theta tan theta etc ਔਰ ਜਿਨ੍ਹਾਂ ਦੇ ਐਂਗਲਸ ਆਪਾਂ ਨੂੰ ਪਤਾ ਨਹੀਂ ਹੈਗੇ ਉਹਨਾਂ ਨੂੰ ਆਪਾਂ ਟ੍ਰਿਗਨੋਮੈਟ੍ਰਿਕ ਇਕੁਏਸ਼ਨਸ ਕਹਿੰਦੇ ਆ। The solution lies between 0 and 2 pi 0 ਤੇ 2 pi closed interval ਆ is called principal solution। principal solution ਆਪਾਂ ਨੂੰ ਕੈਲਕੂਲੇਟ ਕਰਨੇ ਆਣੇ ਆ। ਜੇ ਆਪਾਂ ਜਨਰਲ ਐਕਸਪ੍ਰੈਸ਼ਨ ਲਿਖਣਾ ਹੋਵੇ ਸਾਰੇ ਐਂਗਲਸ ਦਾ ਜਦੋਂ ਸਾਈਨ 0 ਹੋਊਗਾ ਤਾਂ ਆਪਣੇ ਕੋਲ ਜਨਰਲ ਐਕਸਪ੍ਰੈਸ਼ਨ ਆ ਜਾਣਾ ਥੀਟਾ ਇਕੁਅਲ ਟੂ n ਪਾਈ। n ਇੰਟੀਜਰਸ ਨੂੰ ਬਿਲੋਂਗ ਕਰਦਾ ਆ। cos ਜਿਹੜਾ ਹੈ ਜਦੋਂ 0 ਹੋਏਗਾ ਤਾਂ ਉਸ ਵੇਲੇ ਥੀਟਾ ਯੂਜ਼ ਕਰਨਾ ਆਪਾਂ 2n + 1 ਪਾਈ ਓਵਰ 2 n ਬਿਲੋਂਗਸ ਟੂ ਇੰਟੀਜਰਸ। tan is 0 ਥੀਟਾ ਇਕੁਅਲ ਟੂ n ਪਾਈ n ਬਿਲੋਂਗਸ ਟੂ ਇੰਟੀਜਰਸ। ਜਦੋਂ ਆਪਾਂ ਜਨਰਲ ਐਕਸਪ੍ਰੈਸ਼ਨ ਫਾਈਂਡ ਕਰਨਾ ਹੈਗਾ ਜਦੋਂ ਐਂਗਲਸ ਦਿੱਤੇ ਆ ਆਪਾਂ ਨੂੰ ਐਂਗਲਸ ਦੀ ਵੈਲਿਊ ਹੈਗੀ ਆ ਤਾਂ ਉਸ ਵੇਲੇ ਸਾਈਨ ਦੇ ਲਈ ਆਪਾਂ ਯੂਜ਼ ਕਰਨਾ ਥੀਟਾ ਇਕੁਅਲ ਟੂ n ਪਾਈ ਪਲੱਸ -1 ਦੀ ਪਾਵਰ n ਅਲਫਾ n ਬਿਲੋਂਗਸ ਟੂ ਇੰਟੀਜਰ। cos ਦੇ ਲਈ ਥੀਟਾ ਇਜ਼ ਇਕੁਅਲ ਟੂ 2n ਪਾਈ ਪਲੱਸ ਮਾਈਨਸ ਅਲਫਾ n ਬਿਲੋਂਗਸ ਟੂ ਇੰਟੀਜਰ। tan ਦੇ ਲਈ ਆਪਾਂ ਯੂਜ਼ ਕਰਨਾ ਥੀਟਾ ਇਜ਼ ਇਕੁਅਲ ਟੂ n ਪਾਈ ਪਲੱਸ ਅਲਫਾ n ਬਿਲੋਂਗਸ ਟੂ ਇੰਟੀਜਰ। ਇਹਨਾਂ ਦੀ ਵਾਰੀ ਆਪਾਂ ਨੂੰ ਜ਼ਰੂਰਤ ਪਏਗੀ। ਫਸਟ ਕੁਐਸਚਨ ਆ ਆਪਾਂ ਇਹਦੇ ਵਿੱਚ ਜਨਰਲ ਪ੍ਰਿੰਸੀਪਲ ਸੋਲੂਸ਼ਨ ਵੀ ਲਿਖਣੇ ਆ ਅਤੇ ਜਨਰਲ ਐਕਸਪ੍ਰੈਸ਼ਨਸ ਵੀ ਲਿਖਣੇ ਹੈਗੇ ਆ। ਆਪਣੇ ਕੋਲ ਹੈਗਾ tan x ਇਜ਼ ਇਕੁਅਲ ਟੂ √3 tan x ਇਜ਼ ਇਕੁਅਲ ਟੂ √3। ਹੁਣ √3 tan ਦੇ ਵਿੱਚ ਵੈਲਿਊ ਕਿੱਥੇ ਹੁੰਦੀ ਆ ਉਹ ਪਾਈ ਓਵਰ 3 ਦੇ ਉੱਪਰ ਵੈਲਿਊ ਹੁੰਦੀ ਆ। ਸੋ ਆਪਣੇ ਕੋਲ ਜਿਹੜੇ ਜਨਰਲ ਸੋਲੂਸ਼ਨ ਹੈ ਪ੍ਰਿੰਸੀਪਲ ਸੋਲੂਸ਼ਨ ਆ ਉਹ 0 ਤੋਂ 2 ਪਾਈ ਦੇ ਵਿੱਚ ਲਾਈ ਕਰਦੇ ਹੈਗੇ ਆ। ਸੋ ਆਪਣੇ ਕੋਲ ਇੱਥੋਂ x ਦੀ ਵੈਲਿਊ ਕੀ ਆ ਗਈ x ਦੀ ਵੈਲਿਊ ਆ ਗਈ ਪਾਈ ਓਵਰ 3। ਜੇ ਫਿਰ ਆਪਾਂ ਕੈਲਕੂਲੇਟ ਕਰਨਾ ਹੋਵੇ ਜਾਂ ਕੁਆਡਰੈਂਟ ਤੋਂ ਵੀ ਦੇਖਣਾ ਹੋਵੇ ਕਿ ਜਨਰਲ ਪ੍ਰਿੰਸੀਪਲ ਸੋਲੂਸ਼ਨ ਕਿੱਦਾਂ ਕੱਢਣੇ ਆ ਤਾਂ ਆਪਣੇ ਕੋਲ ਆਉਂਦਾ ਆ ਫਸਟ ਕੁਆਡਰੈਂਟ ਸੈਕੰਡ ਕੁਆਡਰੈਂਟ ਥਰਡ ਕੁਆਡਰੈਂਟ ਫੋਰਥ ਕੁਆਡਰੈਂਟ ਐਡ ਸ਼ੂਗਰ ਟੂ ਕਾਫੀ। ਟੈਨ ਜਿਹੜਾ ਥਰਡ ਕੁਆਡਰੈਂਟ 'ਚ ਪੋਜ਼ੀਟਿਵ ਹੁੰਦਾ ਆ ਤਾਂ ਇੱਥੇ ਆਪਣੇ ਕੋਲ ਪੋਜ਼ੀਟਿਵ ਹੀ ਹੈਗਾ ਆ ਅਤੇ ਉਹਦੇ ਵਿੱਚ ਆਪਣੇ ਕੋਲ ਐਂਗਲ ਕੀ ਹੁੰਦਾ ਆ ਇੱਕ ਆਪਣੇ ਕੋਲ ਐਂਗਲ ਹੁੰਦਾ 270 ਡਿਗਰੀ ਮਾਈਨਸ ਥੀਟਾ ਉਹ ਆਪਾਂ ਇਸ ਕਰਕੇ ਨਹੀਂ ਲੈਣਾ ਕਿਉਂਕਿ ਉਹਦੇ ਨਾਲ ਟੀ ਰੇਸ਼ੋ ਚੇਂਜ ਹੋ ਜਾਂਦੀ ਆ। ਆਪਾਂ ਦੂਸਰਾ ਚੱਕਿਆ ਐਂਗਲ ਪਾਈ ਪਲੱਸ ਥੀਟਾ ਇਹਦੇ ਨਾਲ ਕੀ ਹੁੰਦਾ ਟੀ ਰੇਸ਼ੋ ਚੇਂਜ ਨਹੀਂ ਹੁੰਦੀ ਬਟ ਇਹ ਥਰਡ ਕੁਆਡਰੈਂਟ ਦੇ ਵਿੱਚ ਆਉਂਦਾ ਆ। ਅਤੇ ਆਪਣੇ ਕੋਲ ਹੋ ਗਿਆ ਟੈਨ ਆਫ ਪਾਈ ਓਵਰ 3 ਨੂੰ ਆਪਾਂ ਲਿਖ ਸਕਦੇ ਹਾਂ ਪਾਈ ਪਲੱਸ ਪਾਈ ਓਵਰ 3 ਥੀਟਾ ਆਪਣੇ ਕੋਲ ਇੱਥੇ ਪਾਈ ਓਵਰ 3 ਆ ਇੱਥੋਂ ਕੈਲਕੂਲੇਟ ਕੀਤਾ ਆਪਣੇ ਕੋਲ ਟੈਨ 4 ਪਾਈ ਓਵਰ 3 ਆ ਗਿਆ। ਐਕਸ ਦੀ ਵੈਲਿਊ ਆਪਣੇ ਕੋਲ 4 ਪਾਈ ਓਵਰ 3 ਆ ਗਈ। ਹੁਣ ਪਾਈ ਓਵਰ 3 ਅਤੇ 4 ਪਾਈ ਓਵਰ 3 ਜਿਹੜੇ ਪ੍ਰਿੰਸੀਪਲ ਸੋਲੂਸ਼ਨਸ ਆ ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਇਹ 0 ਅਤੇ 2 ਪਾਈ ਦੇ ਵਿੱਚ ਲਾਈ ਕਰਦੇ ਆ। 2 ਪਾਈ ਹੁੰਦਾ 360 ਡਿਗਰੀ 0 ਤਾਂ 0 ਡਿਗਰੀ ਹੈਗਾ ਇਹ ਆਪਣੇ ਕੋਲ ਆ ਗਿਆ 60 ਡਿਗਰੀ ਅਤੇ ਇਹ ਆਪਣੇ ਕੋਲ ਸੋਲਵ ਕਰਕੇ ਆ ਗਿਆ 240 ਡਿਗਰੀ ਔਰ ਇਹ ਪ੍ਰਿੰਸੀਪਲ ਸੋਲੂਸ਼ਨਸ ਬਣ ਗਏ ਇਹ। ਅਤੇ ਜਿਹੜਾ ਇਹਦਾ ਜਨਰਲ ਸੋਲੂਸ਼ਨ ਹੋਊਗਾ ਟੈਨ ਦਾ ਉਹ ਆਪਾਂ ਕਿੱਦਾਂ ਕੈਲਕੂਲੇਟ ਕਰਨਾ ਹੁਣ ਕਿਉਂਕਿ 0 ਨਹੀਂ ਹੈਗਾ ਟੈਨ x ਇਜ਼ ਇਕੁਅਲ ਟੂ ਟੈਨ ਅਲਫਾ ਔਰ x ਇਜ਼ ਇਕੁਅਲ ਟੂ ਆਪਾਂ ਨੂੰ ਲਰਨ ਕੀਤਾ ਆਪਾਂ x ਇਜ਼ ਇਕੁਅਲ ਟੂ ਟੈਨ ਦੇ ਵਿੱਚ n ਪਾਈ ਪਲੱਸ ਅਲਫਾ ਹੁੰਦਾ n ਇੰਟੀਜਰਸ ਨੂੰ ਬਿਲੋਂਗ ਕਰਦਾ ਆ। ਹੁਣ ਅਲਫਾ ਦੀ ਵੈਲਿਊ ਕਿੰਨੀ ਆਪਾਂ ਲਵਾਂਗੇ ਪਾਈ ਓਵਰ 3 ਲਵਾਂਗੇ। ਜਨਰਲ ਸੋਲੂਸ਼ਨ ਦਾ ਮੀਨਿੰਗ ਹੁੰਦਾ ਜਦੋਂ ਤੁਸੀਂ ਹੁਣ ਇੱਥੇ n ਇਕੁਅਲ ਟੂ 0 ਫਿਲ ਕਰੋਗੇ ਤਾਂ ਤੁਹਾਡੇ ਕੋਲ ਪਹਿਲਾ ਪ੍ਰਿੰਸੀਪਲ ਸੋਲੂਸ਼ਨ ਪਾਈ ਓਵਰ 3 ਨਿਕਲ ਕੇ ਆਉਂਦਾ ਜਦੋਂ 1 ਫਿਲ ਕਰੋਗੇ 4 ਪਾਈ ਓਵਰ 3 ਨਿਕਲ ਕੇ ਆਉਂਦਾ ਮਤਲਬ ਉਸ ਐਕਸਪ੍ਰੈਸ਼ਨ ਤੋਂ ਪ੍ਰਿੰਸੀਪਲ ਸੋਲੂਸ਼ਨਸ ਵੀ ਬਿਲਕੁਲ ਕਰੈਕਟਲੀ ਨਿਕਲਦੇ ਹੁੰਦੇ ਆ। ਇਸ ਉਹਨੂੰ ਆਪਾਂ ਜਨਰਲ ਐਕਸਪ੍ਰੈਸ਼ਨ ਕਹਿੰਦੇ ਹੁੰਦੇ ਆ ਜਨਰਲ ਸੋਲੂਸ਼ਨ ਕਹਿੰਦੇ ਆ। ਸੋ ਇਹ ਸੀਗਾ ਫਸਟ ਕੁਐਸਚਨ ਜਿਹਦੇ ਵਿੱਚ ਆਪਾਂ ਪ੍ਰਿੰਸੀਪਲ ਦੇ ਜਨਰਲ ਸੋਲੂਸ਼ਨਸ ਕੈਲਕੂਲੇਟ ਕਰਨੇ ਸੀਗੇ। ਸੈਕੰਡ ਕੁਐਸਚਨ ਹੈ ਸੀਕੈਂਟ x ਇਜ਼ ਇਕੁਅਲ ਟੂ 2 ਆਪਾਂ ਇਹਦੇ ਵਿੱਚ ਵੀ ਪ੍ਰਿੰਸੀਪਲ ਦੇ ਜਨਰਲ ਸੋਲੂਸ਼ਨਸ ਕੈਲਕੂਲੇਟ ਕਰਨੇ ਆ। ਸੀਕੈਂਟ x ਨੂੰ ਆਪਾਂ ਰੈਸੀਪ੍ਰੋਕਲ ਕਰ ਸਕਦੇ ਹਾਂ ਇਹ ਆਪਣੇ ਕੋਲ ਆ ਗਿਆ cos x ਇਜ਼ ਇਕੁਅਲ ਟੂ 1 ਓਵਰ 2 ਔਰ cos 1 ਓਵਰ 2 cos ਦੇ ਵਿੱਚ ਵੈਲਿਊ ਕਿੱਥੇ ਹੁੰਦੀ ਹੈ cos ਪਾਈ ਬਾਈ 3 ਦੇ ਉੱਤੇ ਵੈਲਿਊ ਹੁੰਦੀ ਹੈ ਤਾਂ ਆਪਣੇ ਕੋਲ ਪਹਿਲਾ x ਇਜ਼ ਇਕੁਅਲ ਟੂ ਪਾਈ ਬਾਈ 3 ਬਣ ਗਿਆ ਪਾਈ ਬਾਈ 3 ਆਪਣੇ ਕੋਲ ਪ੍ਰਿੰਸੀਪਲ ਸੋਲੂਸ਼ਨ ਬਣ ਗਿਆ। ਹੁਣ ਆਪਾਂ ਦੇਖਦੇ ਹਾਂ ਕਿ cos ਕਿਹੜੇ ਕੁਆਡਰੈਂਟ 'ਚ ਪੋਜ਼ੀਟਿਵ ਹੁੰਦਾ cos ਹੁਣ ਚੌਥੇ ਕੁਆਡਰੈਂਟ 'ਚ ਪੋਜ਼ੀਟਿਵ ਹੁੰਦਾ ਹੈ ਜਿਹਦੇ ਵਿੱਚ cos 2 ਪਾਈ ਮਾਈਨਸ ਥੀਟਾ ਆਪਾਂ ਲੈ ਕੇ ਚੱਲਦੇ ਹੁੰਦੇ ਹਾਂ। ਇਹ ਆਪਣੇ ਕੋਲ ਆ ਗਿਆ 2 ਪਾਈ ਮਾਈਨਸ ਪਾਈ ਬਾਈ 3 ਇਹਨੂੰ ਸੋਲਵ ਕੀਤਾ ਆਪਣੇ ਕੋਲ ਆ ਗਿਆ cos 5 ਪਾਈ ਬਾਈ 3 cos x ਇਜ਼ ਇਕੁਅਲ ਟੂ cos 5 ਪਾਈ ਬਾਈ 3 ਔਰ ਆਪਣੇ ਕੋਲ x ਦੀ ਵੈਲਿਊ ਕਿੰਨੀ ਆ ਗਈ 5 ਪਾਈ ਓਵਰ 3 ਔਰ ਇਹ ਵੀ ਪ੍ਰਿੰਸੀਪਲ ਸੋਲੂਸ਼ਨ ਬਣਿਆ ਜੇ ਆਪਾਂ ਇਹਨੂੰ ਕੈਲਕੂਲੇਟ ਕਰੀਏ 300 ਡਿਗਰੀ ਬਣਦਾ ਆ ਔਰ 360 ਦੇ ਪਿੱਛੇ ਲਾਈ ਕਰਦਾ ਪਿਆ ਇਸ ਕਰਕੇ ਇਹ ਦੋਨੇ ਪ੍ਰਿੰਸੀਪਲ ਸੋਲੂਸ਼ਨਸ ਹੋ ਗਏ ਪਾਈ ਓਵਰ 3 ਅਤੇ 5 ਪਾਈ ਓਵਰ 3 ਆਰ ਦਾ ਪ੍ਰਿੰਸੀਪਲ ਸੋਲੂਸ਼ਨਸ। ਅਤੇ ਜਨਰਲ ਸੋਲੂਸ਼ਨ ਜਿਹੜਾ ਆ cos x ਇਜ਼ ਇਕੁਅਲ ਟੂ cos ਅਲਫਾ ਇਹ ਆਪਣੇ ਕੋਲ ਹੈਗਾ x ਇਜ਼ ਇਕੁਅਲ ਟੂ 2n ਪਾਈ ਪਲੱਸ ਮਾਈਨਸ ਅਲਫਾ n ਬਿਲੋਂਗਸ ਟੂ ਇੰਟੀਜਰਸ ਔਰ ਅਲਫਾ ਦੀ ਵੈਲਿਊ ਕੀ ਲੈਣੀ ਆਪਾਂ ਪਾਈ ਓਵਰ 3 ਲੈਣੀ ਹੈਗੀ ਆ। ਇਹਦੇ ਅਕੋਰਡਿੰਗਲੀ ਜਦੋਂ ਆਪਾਂ ਕੈਲਕੂਲੇਟ ਕਰਾਂਗੇ ਜਦੋਂ n ਦੀ ਵੈਲਿਊ 0 ਹੈਗੀ ਆ n ਦੀ ਵੈਲਿਊ 0 ਹੋਣ ਦੇ ਉੱਪਰ x ਦੀ ਵੈਲਿਊ ਆਪਣੇ ਕੋਲ ਪਲੱਸ ਮਾਈਨਸ ਪਾਈ ਓਵਰ 3 ਆਉਂਦੀ ਆ ਮਾਈਨਸ ਤਾਂ ਆਪਾਂ ਲੈ ਹੀ ਨਹੀਂ ਸਕਦੇ ਕਿਉਂਕਿ ਆਪਣੇ ਪ੍ਰਿੰਸੀਪਲ ਸੋਲੂਸ਼ਨਸ ਜਿਹੜੇ 0 ਤੋਂ 2 ਪਾਈ ਦੇ ਵਿੱਚ ਲਾਈ ਕਰਦੇ ਆ ਸੋ ਆਪਣੇ ਕੋਲ ਪਲੱਸ ਪਾਈ ਓਵਰ 3 ਆ ਗਿਆ। ਜਦੋਂ ਤੁਸੀਂ n ਦੀ ਵੈਲਿਊ 1 ਫਿਲ ਕਰੋਗੇ ਤਾਂ ਉਦੋਂ ਤੁਸੀਂ ਚੈੱਕ ਕਰ ਲਓ 3 2 ਜਾਂ 6 ਉਸ ਵੇਲੇ ਆਪਾਂ ਮਾਈਨਸ ਕੰਸੀਡਰ ਕਰਨਾ ਆਪਣੇ ਕੋਲ 5 ਪਾਈ ਓਵਰ 3 ਬਣ ਗਿਆ ਕਿਉਂਕਿ ਜਦੋਂ ਤੁਸੀਂ 7 ਪਾਈ ਓਵਰ 3 ਲੈ ਕੇ ਚੱਲੋਗੇ ਤਾਂ 7 ਪਾਈ ਓਵਰ 3 ਜਿਹੜਾ ਤੁਹਾਡਾ ਬਣਦਾ ਹੈਗਾ ਆ 420 ਡਿਗਰੀ ਉਹ ਆਪਣੇ 360 ਡਿਗਰੀ ਤੋਂ ਬਾਹਰ ਨਿਕਲ ਜਾਂਦਾ ਹੈ ਇਸ ਕਰਕੇ ਆਪਾਂ ਉਹਨੂੰ ਲੈ ਨਹੀਂ ਸਕਦੇ ਹੈਗੇ। ਸੋ ਆਪਣੇ ਕੋਲ ਇਹਦਾ ਜਨਰਲ ਸੋਲੂਸ਼ਨ x ਇਜ਼ ਇਕੁਅਲ ਟੂ 2n ਪਾਈ ਪਲੱਸ ਮਾਈਨਸ ਪਾਈ ਓਵਰ 3 n ਬਿਲੋਂਗਸ ਟੂ ਇੰਟੀਜਰਸ ਇਹ ਬਣ ਗਿਆ।
थर्ड क्वेश्चन है cot x इज इक्वल टू -√3 cot x ਨੂੰ ਰੈਸੀਪ੍ਰੋਕਲ ਕਰ ਦਿਓ tan x इज इक्वल टू -1/√3 ਬਣ ਗਿਆ ਤੇ 1/√3 tan ਦੇ ਵਿੱਚ ਵੈਲਿਊ ਹੁੰਦੀ ਹੈ π/6 ਦੇ ਉੱਪਰ tan x इज इक्वल टू -10 π/6 ਹੁਣ ਆਪਾਂ ਇਹ ਤੋਂ ਆਪਾਂ ਨੂੰ ਇਹ ਚੱਲਦਾ ਹੈਗਾ ਆ ਕਿ ਤੁਸੀਂ ਹੁਣ ਇਹ ਚੈੱਕ ਕਰਨਾ ਕਿ tan ਕਿਹੜੇ ਕੁਆਡਰੈਂਟ 'ਚ ਨੈਗੇਟਿਵ ਆ tan ਸੈਕੰਡ ਕੁਆਡਰੈਂਟ 'ਚ ਨੈਗੇਟਿਵ ਆ tan ਫੋਰਥ ਕੁਆਡਰੈਂਟ 'ਚ ਨੈਗੇਟਿਵ ਆ ਫਸਟ ਔਰ ਥਰਡ ਕੁਆਡਰੈਂਟ 'ਚ tan ਪੋਜ਼ੀਟਿਵ ਹੈਗਾ ਆ ਸੋ ਆਪਣੇ ਕੋਲ ਆ ਗਿਆ tan x ਇਜ਼ ਇਕੁਅਲ ਟੂ tan π - π/6 ਇਹਨੂੰ ਸੋਲਵ ਕਰ ਲਿਆ ਆਪਾਂ tan 5 π/6 ਆ ਗਿਆ 5 π/6 ਔਰ tan x ਇਜ਼ ਇਕੁਅਲ ਟੂ 2 π - θ ਫੋਰਥ ਕੁਆਡਰੈਂਟ ਇਹਦੇ ਅਕੋਰਡਿੰਗਲੀ ਆਪਾਂ ਕੈਲਕੂਲੇਟ ਕਰ ਲਿਆ 11 π/6 ਔਰ ਇਹਦੇ ਪ੍ਰਿੰਸੀਪਲ ਸੋਲੂਸ਼ਨਸ ਬਣ ਗਏ 5 π/6 ਤੇ 11 π/6 ਜੇ ਆਪਾਂ ਇਹਨੂੰ ਕੈਲਕੂਲੇਟ ਕਰ ਲਈਏ ਇਹ ਬਣ ਜਾਏਗਾ 330 ਡਿਗਰੀ ਔਰ ਇਹ ਬਣ ਜਾਏਗਾ 150 ਡਿਗਰੀ ਔਰ ਦੋਨੇ ਇਹ 360 ਡਿਗਰੀ ਔਰ 0 ਡਿਗਰੀ ਦੇ ਵਿੱਚ ਲਾਈ ਕਰਦੇ ਹੈਗੇ ਸੋ ਇਹ ਪ੍ਰਿੰਸੀਪਲ ਸੋਲੂਸ਼ਨਸ ਬਣ ਗਏ ਹੁਣ tan x ਇਜ਼ ਇਕੁਅਲ ਟੂ tan ਅਲਫਾ ਦੇ ਲਈ ਜਨਰਲ ਸੋਲੂਸ਼ਨ ਕੀ ਹੁੰਦਾ ਹੈ x ਇਜ਼ ਇਕੁਅਲ ਟੂ n π ਪਲੱਸ ਅਲਫਾ ਅਲਫਾ ਦੀ ਵੈਲਿਊ ਹੋ ਗਈ 5 π/6 n ਦੀ ਵੈਲਿਊ 0 ਫਿਲ ਕਰ ਲਓ ਪਹਿਲਾ ਪ੍ਰਿੰਸੀਪਲ ਸੋਲੂਸ਼ਨ ਨਿਕਲ ਆਉਂਦਾ ਆ n ਦੀ ਵੈਲਿਊ 1 ਫਿਲ ਕਰ ਦਿਓ ਅਤੇ ਤੁਹਾਡੇ ਕੋਲ ਦੂਸਰਾ ਸੋਲੂਸ਼ਨ ਨਿਕਲੇਗਾ ਸੋ ਇਸ ਕਰਕੇ ਇਹਦਾ ਜਨਰਲ ਐਕਸਪ੍ਰੈਸ਼ਨ ਇਹ ਬਣ ਜਾਏਗਾ ਜਨਰਲ ਐਕਸਪ੍ਰੈਸ਼ਨ ਬਣਾਉਣ ਵੇਲੇ ਬਹੁਤ ਖਿਆਲ ਰੱਖਣਾ ਪੈਂਦਾ ਆ ਕਿ ਤੁਸੀਂ ਕਿੱਦਾਂ ਬਣਾ ਰਹੇ ਆ ਜਨਰਲ ਐਕਸਪ੍ਰੈਸ਼ਨ ਆਪਾਂ ਇੱਕ ਦੋ ਕੁਐਸਚਨ ਆਉਣੇ ਆ ਵਿੱਚ ਬਹੁਤ ਈਜ਼ੀ ਹੈਗੇ ਆ ਨੈਕਸਟ ਫੋਰਥ ਕੁਐਸਚਨ ਹੈ cos secant x ਇਜ਼ ਇਕੁਅਲ ਟੂ -2 ਇਹਨੂੰ ਆਪਾਂ ਲਿਖ ਸਕਦੇ ਹਾਂ sin x ਇਜ਼ ਇਕੁਅਲ ਟੂ -1/2 sin x ਇਜ਼ ਇਕੁਅਲ ਟੂ ਹੁਣ ਸਾਈਨ ਦੇ ਵਿੱਚ ਵੈਲਿਊ 1/2 ਕਿਤੇ ਹੁੰਦੀ ਹੈਗੀ ਆ π/6 ਤੇ ਹੁੰਦੀ ਆ ਇਹ ਆਪਣੇ ਕੋਲ ਆ ਗਿਆ -sin π/6 ਔਰ ਹੁਣ ਸਾਈਨ ਨੈਗੇਟਿਵ ਕਿਹਦੇ ਵਿੱਚ ਹੁੰਦਾ ਸਾਈਨ ਹੁਣ ਥਰਡ ਕੁਆਡਰੈਂਟ 'ਚ ਨੈਗੇਟਿਵ ਹੁੰਦਾ ਆ ਸਾਈਨ ਫੋਰਥ ਕੁਆਡਰੈਂਟ 'ਚ ਨੈਗੇਟਿਵ ਹੁੰਦਾ ਆ sin x ਇਜ਼ ਇਕੁਅਲ ਟੂ sin π ਪਲੱਸ π/6 ਆਪਾਂ ਇਸਨੂੰ ਕੈਲਕੂਲੇਟ ਕਰ ਲਿਆ ਆਪਣੇ ਕੋਲ ਪ੍ਰਿੰਸੀਪਲ ਸੋਲੂਸ਼ਨ ਇਹਦਾ 7 π/6 ਆ ਗਿਆ ਔਰ ਫੋਰਥ ਕੁਆਡਰੈਂਟ ਦੇ ਵਿੱਚ 2 π - π/6 ਆਪਾਂ ਲੈ ਕੇ ਚੱਲਦੇ ਹਾਂ ਉਸ ਆਪਣੇ ਕੋਲ 11 π/6 ਆ ਗਿਆ ਇਹ ਆਪਣੇ ਕੋਲ ਆ ਗਿਆ 7 π/6 ਤੇ 11 π/6 ਆਰ ਦਾ ਪ੍ਰਿੰਸੀਪਲ ਸੋਲੂਸ਼ਨਸ ਹੁਣ ਜਨਰਲ ਸੋਲੂਸ਼ਨ ਆਪਾਂ sin x ਇਜ਼ ਇਕੁਅਲ ਟੂ sin ਅਲਫਾ ਦੇ ਲਈ ਸਟੱਡੀ ਕੀਤਾ ਆ ਉਹ ਆਪਣੇ ਕੋਲ ਹੈ ਥੀਟਾ ਇਜ਼ ਇਕੁਅਲ n π ਪਲੱਸ -1 ਦੀ ਪਾਵਰ n ਅਲਫਾ n ਬਿਲੋਂਗਸ ਟੂ ਇੰਟੀਜਰ ਬਟ ਆਪਾਂ ਇੱਥੇ ਥੋੜ੍ਹੀ ਜੀ ਇਸ ਚੀਜ਼ ਨੂੰ ਲੈ ਕੇ ਚੱਲਣਾ x ਇਜ਼ ਇਕੁਅਲ ਟੂ ਆਪਣੇ ਕੋਲ ਐਂਗਲ ਸੀਗਾ n π ਪਲੱਸ -1 ਦੀ ਪਾਵਰ n ਪਲੱਸ 1 ਅਲਫਾ n ਬਿਲੋਂਗਸ ਟੂ ਇੰਟੀਜਰ ਜੇ ਤੁਸੀਂ n ਲੈਣੇ ਹੈਗੇ ਆ ਤਾਂ ਤੁਹਾਡਾ ਜਨਰਲ ਐਕਸਪ੍ਰੈਸ਼ਨ ਬਣ ਨਹੀਂ ਪਾਉਂਦਾ ਇਸ ਕਰਕੇ ਆਪਾਂ n ਪਲੱਸ 1 ਲੈ ਰਹੇ ਹਾਂ ਇੰਨੀ ਥੋੜ੍ਹੀ ਜਿਹੀ ਆਪਾਂ ਅੰਡਰਸਟੈਂਡਿੰਗ ਰੱਖਾਂਗੇ ਕਿ ਕਿੱਦਾਂ ਆਪਾਂ ਜਨਰਲ ਐਕਸਪ੍ਰੈਸ਼ਨ ਕ੍ਰੀਏਟ ਕਰ ਰਹੇ ਹੈਗੇ ਹੁਣ ਅਲਫਾ ਦੀ ਵੈਲਿਊ ਇੱਥੇ ਆਪਾਂ ਕੀ ਲਵਾਂਗੇ ਜੇ 7 π/6 ਲੈਂਦੇ ਆ ਤਾਂ ਉਹਦੇ ਨਾਲ ਤੁਹਾਡਾ 11 π/6 ਤੁਸੀਂ ਫਾਰਮੂਲੇਟ ਕਰਕੇ ਨਹੀਂ ਲਿਖ ਸਕਦੇ ਸੋ ਇਸ ਕਰਕੇ ਆਪਾਂ ਕੀ ਕੀਤਾ ਕਿ ਥੋੜ੍ਹਾ ਜਿਹਾ ਇੱਥੇ ਇੰਟੈਲੈਕਚੁਅਲੀ ਆਪਾਂ ਕੰਮ ਕੀਤਾ ਆ x ਇਜ਼ ਇਕੁਅਲ ਟੂ n π ਪਲੱਸ -1 ਦੀ ਪਾਵਰ n ਪਲੱਸ 1 π/6 n ਬਿਲੋਂਗਸ ਟੂ ਇੰਟੀਜਰ ਹੁਣ π/6 ਆ n ਪਲੱਸ 1 ਆ ਜਦੋਂ ਤੁਸੀਂ ਇੱਦਾਂ ਦੀ ਇਸ ਕੈਟਾਗਰੀ ਦੇ ਸਪੈਸ਼ਲ ਇਸ ਐਕਸਰਸਾਈਜ਼ 'ਚ ਦੋ ਹੀ ਕੁਐਸਚਨ ਹੈਗੇ ਆ ਜਦੋਂ ਹੁਣ ਤੁਸੀਂ n ਦੀ ਵੈਲਿਊ ਵਾਰੀ ਕਰਕੇ ਫਿਲ ਕਰੋਗੇ ਤੁਹਾਡੇ ਕੋਲ 7 π/6 ਵੀ ਆਏਗਾ 11 π/6 ਵੀ ਆਣਗਾ ਸੋ ਇਸ ਕਰਕੇ ਇਹ ਆਪਣੇ ਕੋਲ ਜਨਰਲ ਐਕਸਪ੍ਰੈਸ਼ਨ ਇਹਦਾ ਬਣ ਜਾਏਗਾ ਨੈਕਸਟ ਆਪਣੇ ਕੋਲ ਫਿਫਥ ਕੁਐਸਚਨ ਦੇ ਵਿੱਚ ਆਪਾਂ ਨੂੰ ਸਿਰਫ ਜਨਰਲ ਐਕਸਪ੍ਰੈਸ਼ਨਸ ਬਣਾਉਣ ਲਈ ਕਿਹਾ ਆ cos 4x ਇਜ਼ ਇਕੁਅਲ ਟੂ cos 2x ਆਪਾਂ ਇਹਨੂੰ ਕਿੱਦਾਂ ਕ੍ਰੀਏਟ ਕਰਾਂਗੇ ਆਪਾਂ ਇਹਨੂੰ cos 2x ਨੂੰ ਇੱਧਰ ਲੈ ਕੇ ਆਉਣਾ ਬਾਈ ਟਰਾਂਸਪੋਜ਼ ਮੈਥਡ cos 4x - cos 2x ਇਜ਼ ਇਕੁਅਲ ਟੂ 0 ਆਪਾਂ ਸਾਈਨ ਇਹਦੇ ਉੱਤੇ CD ਫਾਰਮੂਲਾ ਅਪਲਾਈ ਕਰਦੇ ਹੈਗੇ 2 sin c plus d over 2 sin d minus c over 2 is equal to 0 ਇਹ ਆਪਣੇ ਕੋਲ ਆ ਗਿਆ 2 sin 6x over 2 sin of -2x over 2 2 sin 3x sin of -x is equal to 0 ਇਹ ਆਪਣੇ ਕੋਲ ਆ ਗਿਆ ਮਾਈਨਸ sin of -x ਜਿਹੜਾ ਆ ਮਾਈਨਸ sin x ਦੇ ਇਕੁਅਲ ਹੁੰਦਾ ਆ ਸੋ ਇਹ ਆਪਣੇ ਕੋਲ ਆ ਗਿਆ -2 sin 3x sin x is equal to 0 ਹੁਣ ਮਾਈਨਸ ਦੇ 2 ਤਾਂ 0 ਦੇ ਬਰਾਬਰ ਹੋ ਨਹੀਂ ਸਕਦੇ ਸੋ 0 ਕੀ ਹੋਊਗਾ ਜਾਂ sin x 0 ਦੇ ਬਰਾਬਰ ਹੋਊਗਾ ਜਾਂ sin 3x 0 ਦੇ ਬਰਾਬਰ ਹੋਊਗਾ ਆਪਾਂ ਪੜ੍ਹ ਕੇ ਆਏ ਸੀਗੇ ਪਿੱਛੇ ਕਿ ਜਦੋਂ ਐਂਗਲ ਸਾਈਨ ਦੇ ਵਿੱਚ 0 ਹੋਊਗਾ ਤਾਂ ਉਸ ਵੇਲੇ ਆਪਾਂ ਡਾਇਰੈਕਟਲੀ ਆਹੀ ਯੂਜ਼ ਕਰਨਾ x ਇਜ਼ ਇਕੁਅਲ ਟੂ n π ਔਰ ਇਹਦੇ ਵਿੱਚ ਹੈਗਾ 3x ਇਜ਼ ਇਕੁਅਲ ਟੂ n π ਆ ਜਾਊਗਾ ਇਹ ਵੀ 0 ਹੀ ਹੈਗਾ x ਇਜ਼ ਇਕੁਅਲ ਟੂ n π/3 ਸੋ ਆਪਣੇ ਕੋਲ ਇਹਦੇ ਦੋ ਜਨਰਲ ਸੋਲੂਸ਼ਨ ਨਿਕਲੇ ਆਏ n π or n π/3 where n belongs to integers next sixth question these are very easy questions and at the same time these are very interesting too ਸੋ ਇਸ ਕਰਕੇ ਥੋੜ੍ਹਾ ਜਿਹਾ ਆਪਾਂ ਲੌਜਿਕ ਅਪਲਾਈ ਕਰਾਂਗੇ ਔਰ ਆਪਾਂ ਨੂੰ ਇਹ ਕੁਐਸਚਨ ਕਲੀਅਰਲੀ ਸਮਝ ਆਉਣਗੇ cos 3x plus cos x minus cos 2x is equal to 0 ਇਹਦੇ ਉੱਤੇ ਆਪਾਂ CD ਫਾਰਮੂਲਾ ਅਪਲਾਈ ਕੀਤਾ ਹੁਣ ਮਨ 'ਚ ਆ ਸਕਦਾ ਕਿ ਆਪਾਂ ਇਹਨਾਂ ਉੱਪਰ ਹੀ CD ਫਾਰਮੂਲਾ ਅਪਲਾਈ ਕਿਉਂ ਕੀਤਾ ਇਹਨਾਂ ਦੋਨਾਂ ਦੇ ਕਿਉਂ ਨਹੀਂ ਅਪਲਾਈ ਕੀਤਾ ਜਾਂ ਇਹਨਾਂ ਦੋਨਾਂ ਦੇ ਕਿਉਂ ਨਹੀਂ ਅਪਲਾਈ ਕੀਤਾ ਤਾਂ ਆਪਾਂ ਇਹ ਦੇਖਾਂਗੇ ਕੁਝ ਕਾਮਨ ਵੀ ਕੱਢਣਾ ਆਪਾਂ ਬਾਅਦ 'ਚ ਥੋੜ੍ਹਾ ਜਿਹਾ ਆਪਾਂ ਜੇ CD ਫਾਰਮੂਲਾ ਅਪਲਾਈ ਕਰਦੇ ਹਾਂ ਐਂਗਲਸ ਨੂੰ ਪਲੱਸ ਕਰਦੇ ਹਾਂ ਤਾਂ ਆਪਣੇ ਕੋਲ 4x/2 ਹੋ ਕੇ 2x ਆਉਂਦਾ ਸੋ ਕੁਛ ਨਾ ਕੁਛ ਕਾਮਨ ਨਿਕਲ ਸਕਦਾ ਸੋ ਇਸ ਕਰਕੇ ਆਪਾਂ ਇਹਨਾਂ ਦੋਨਾਂ ਨੂੰ ਪਹਿਲਾਂ ਐਡ ਕੀਤਾ 2 cos 3x plus x over 2 cos 3x minus x over 2 minus cos 2x ਹੁਣ ਇਹ ਆਪਣੇ ਕੋਲ ਆ ਗਿਆ 2 cos 4x over 2 cos 2x over 2 minus cos 2x ਇਹ ਆਪਣੇ ਕੋਲ ਆ ਗਿਆ 2 cos 2x cos 1x minus cos 2x ਆਪਣੇ ਕੋਲ ਕਾਮਨ ਆ ਗਿਆ 2 cos x minus 1 equal to 0 ਹੁਣ ਇੱਥੋਂ cos 2x 0 ਹੋ ਸਕਦਾ ਹੈ ਜਾਂ 2 cos x minus 1 0 ਹੋ ਸਕਦਾ ਹੈ ਤਾਂ ਇਹਦੇ ਅਕੋਰਡਿੰਗਲੀ ਜਦੋਂ ਹੁਣ cos 0 ਹੁੰਦਾ ਹੈ ਤਾਂ ਐਂਗਲ ਆਪਣੇ ਕੋਲ ਆਉਂਦਾ ਹੁੰਦਾ 2n plus 1 pi over 2 ਤੇ ਇੱਥੇ ਆਪਣੇ ਕੋਲ ਐਂਗਲ ਹੈਗਾ 2x ਸੋ 2x is equal to 2n plus 1 pi over 2 x ਦੀ ਵੈਲਿਊ ਆ ਗਈ 2n plus 1 pi over 4 ਆਪਣੇ ਕੋਲ ਆਨਸਰ ਆ ਗਿਆ ਨੈਕਸਟ ਆਪਣੇ ਕੋਲ 2 cos of x minus 1 equal to 0 2 cos x is equal to 1 cos x ਆਪਣੇ ਕੋਲ ਆ ਗਿਆ 1/2 ਹੁਣ cos ਦੇ ਵਿੱਚ ਵੈਲਿਊ 1/2 ਕਿੱਥੇ ਹੁੰਦੀ ਆ ਉਹ pi over 3 ਦੇ ਉੱਤੇ ਵੈਲਿਊ ਹੁੰਦੀ ਆ
π/3 ਦੇ ਉੱਪਰ ਵੈਲਿਊ 1 ਹੁੰਦੀ ਹੈ। ਤੇ ਆਪਣੇ ਕੋਲ ਹੁਣ cos ਦਾ ਜਨਰਲ ਐਕਸਪ੍ਰੈਸ਼ਨ ਕੀ ਹੈਗਾ, ਆਪਾਂ ਸਟੱਡੀ ਕਰਕੇ ਆਏ ਹੈਗੇ ਆ। ਜੇ ਆਪਾਂ cos ਦਾ ਜਨਰਲ ਐਕਸਪ੍ਰੈਸ਼ਨ ਚੈੱਕ ਕਰੀਏ ਤਾਂ cos ਦਾ ਆਪਣੇ ਕੋਲ ਜਨਰਲ ਐਕਸਪ੍ਰੈਸ਼ਨ ਸੀਗਾ ਥੀਟਾ ਇਜ਼ ਇਕੁਅਲ ਟੂ 2n ਪਾਈ ਪਲੱਸ ਮਾਈਨਸ ਐਲਫਾ ਵੇਅਰ n ਬਿਲੋਂਗਸ ਟੂ ਇੰਟੀਜਰਸ। ਤੋਂ ਆਪਣੇ ਕੋਲ ਆ ਗਿਆ x ਇਜ਼ ਇਕੁਅਲ ਟੂ 2n ਪਾਈ ਪਲੱਸ ਮਾਈਨਸ π/3 ਇਜ਼ ਦਾ ਜਨਰਲ ਐਕਸਪ੍ਰੈਸ਼ਨ ਵੇਅਰ n ਬਿਲੋਂਗਸ ਟੂ ਇੰਟੀਜਰਸ। ਨੈਕਸਟ ਆਪਣੇ ਕੋਲ 7th ਕੁਐਸਚਨ ਹੈ sin 2x ਪਲੱਸ cos x ਇਜ਼ ਇਕੁਅਲ ਟੂ 0। ਇੱਥੇ ਆਪਾਂ sin 2x ਦੀ ਆਇਡੈਂਟੀਟੀ ਅਪਲਾਈ ਕਰ ਦਿੱਤੀ, ਫਾਰਮੂਲਾ ਜਿਹੜਾ ਲਰਨ ਕੀਤਾ ਉਹ ਅਪਲਾਈ ਕੀਤਾ। 2 sin x cos x ਪਲੱਸ cos x ਇਕੁਅਲ ਟੂ 0, ਇਹਨਾਂ ਦੋਨਾਂ 'ਚੋਂ cos x ਕਾਮਨ ਨਿਕਲ ਆਇਆ। 2 sin x ਪਲੱਸ 1 ਇਕੁਅਲ ਟੂ 0, ਈਦਰ cos x ਇਕੁਅਲ ਟੂ 0 ਔਰ 2 sin x ਪਲੱਸ 1 ਇਕੁਅਲ ਟੂ 0। ਹੁਣ ਜਦੋਂ ਸਾਈਨ ਐਂਗਲ ਜਦੋਂ 0 ਹੁੰਦਾ ਆ, ਆਪਾਂ ਉੱਪਰ ਸਟੱਡੀ ਕਰ ਲਿਆ ਤਾਂ x ਕੀ ਕਿਹਦੇ ਬਰਾਬਰ ਆਊਗਾ 2n ਪਲੱਸ 1 ਮਲਟੀਪਲਾਈ ਬਾਈ π/2। ਡਾਇਰੈਕਟਲੀ ਆਪਾਂ ਲਿਖ ਦੇਣਾ ਇੱਥੇ, ਆਪਾਂ ਇਹਦੇ ਵਿੱਚ ਕੁਛ ਐਂਗਲ ਬਣਾਉਣਾ ਨਹੀਂ ਹੈ ਵੀ cos x ਇਜ਼ ਇਕੁਅਲ ਟੂ cos π/2 ਐਂਡ ਸੋ ਔਨ ਲਾਈਕ ਦਿਸ। ਉੱਦਾਂ ਨਹੀਂ, ਸਿੱਧਾ ਆਪਾਂ ਨੂੰ ਰਿਜ਼ਲਟ ਦਿੱਤਾ ਹੈ ਵੀ ਜਦੋਂ cos ਐਂਗਲ 0 ਆ, ਸਾਈਨ ਐਂਗਲ 0 ਤਾਂ ਤੁਸੀਂ ਡਾਇਰੈਕਟ ਰਿਜ਼ਲਟ ਯੂਜ਼ ਕਰੋ। ਨੈਕਸਟ 2 sin x ਪਲੱਸ 1 ਇਕੁਅਲ ਟੂ 0, 2 sin x ਇਜ਼ ਇਕੁਅਲ ਟੂ -1, sin x ਇਜ਼ ਇਕੁਅਲ ਟੂ -1/2। ਦੈਨ ਆਪਣੇ ਕੋਲ ਆ ਗਿਆ sin x ਇਜ਼ ਇਕੁਅਲ ਟੂ 1/2 ਕਿੱਥੇ ਹੁੰਦਾ ਆ ਹੁਣ π/3 ਦੇ ਉੱਤੇ, ਸੌਰੀ π/6 ਤੇ ਹੁੰਦਾ ਆ, π 30 ਡਿਗਰੀ ਦੇ ਉੱਤੇ ਹੁੰਦਾ ਹੈ। ਸੋ ਇਸ ਚੀਜ਼ ਨੂੰ ਬਚ ਕੇ ਥੋੜ੍ਹਾ ਜਿਹਾ ਐਕਸਪ੍ਰੈਸ਼ਨ ਨੂੰ π/6 ਦਾ ਮੀਨਿੰਗ 30 ਡਿਗਰੀ ਆ ਗਿਆ, ਮਾਈਨਸ ਸਾਈਨ π/6। ਤੇ ਹੁਣ ਇਹ ਆਪਣੇ ਕੋਲ ਕਿਹੜਾ ਕੁਆਡਰੈਂਟ ਬਣਿਆ, ਥਰਡ ਕੁਆਡਰੈਂਟ ਬਣ ਗਿਆ। sin π ਪਲੱਸ π/6 ਔਰ sin x ਦੀ ਆਪਣੇ ਕੋਲ ਵੈਲਿਊ ਆ ਗਈ sin 7 π/6 ਔਰ x ਦੀ ਵੈਲਿਊ ਆ ਗਈ 7 π/6। ਸੋ ਇਹ ਕੁਐਸਚਨ ਉਹੀ ਕੈਟਾਗਰੀ ਦਾ ਆ ਪਿੱਛੇ ਜਦੋਂ ਜਿਹਦੇ ਵਿੱਚ ਆਪਾਂ ਨੂੰ ਜਨਰਲ ਐਕਸਪ੍ਰੈਸ਼ਨਸ ਨੂੰ ਬਹੁਤ ਧਿਆਨ ਨਾਲ ਕ੍ਰੀਏਟ ਕਰਨਾ ਪੈਂਦਾ ਆ। ਔਰ ਆਪਣੇ ਕੋਲ ਫਿਰ ਸਾਈਨ ਐਂਗਲ ਜਿਹੜਾ ਹੈਗਾ ਆ ਨੈਗੇਟਿਵ ਕਿਹਦੇ ਵਿੱਚ ਆ, ਫੋਰਥ ਕੁਆਡਰੈਂਟ ਦੇ ਵਿੱਚ ਹੈਗਾ। ਤਾਂ ਆਪਾਂ ਲੈ ਕੇ ਚੱਲਦੇ ਹਾਂ sin x ਇਜ਼ ਇਕੁਅਲ ਟੂ sin 2π ਮਾਈਨਸ ਥੀਟਾ, ਔਰ ਇਹ ਆਪਣੇ ਕੋਲ ਆ ਗਿਆ 2π ਮਾਈਨਸ π/6। ਸੋਲਵ ਕੀਤਾ sin x ਇਜ਼ ਇਕੁਅਲ ਟੂ sin 11 π/6। ਸੋ ਜਨਰਲ ਐਕਸਪ੍ਰੈਸ਼ਨ ਜਦੋਂ ਬਣਾਉਣਾ ਆਪਣੇ ਕੋਲ ਤੁਹਾਡੇ ਧਿਆਨ 'ਚ ਆ ਜਾਣਾ ਚਾਹੀਦਾ ਕਿ sin x ਇਜ਼ ਇਕੁਅਲ ਟੂ sin ਐਲਫਾ। ਆਪਣੇ ਕੋਲ ਜਿਹੜਾ ਜਨਰਲ ਐਕਸਪ੍ਰੈਸ਼ਨ ਆਪਾਂ ਰਿਜ਼ਲਟ ਯਾਦ ਕੀਤਾ ਸੀਗਾ ਥੀਟਾ ਇਜ਼ ਇਕੁਅਲ ਟੂ n π, ਆਪਾਂ ਥੀਟਾ ਇਜ਼ ਇਕੁਅਲ ਟੂ n π ਲੈ ਕੇ ਆ ਰਹੇ ਹਾਂ। ਫਿਰ ਉਦੋਂ ਬਾਅਦ -1 ਦੀ ਪਾਵਰ n, -1 ਦੀ ਪਾਵਰ n ਇੱਥੇ ਵੀ ਆਏਗਾ। ਐਲਫਾ ਆਪਾਂ ਕਿੱਦਾਂ ਲਵਾਂਗੇ ਹੁਣ -1 ਦੀ ਪਾਵਰ n ਪਲੱਸ 1 π/6। ਜੇ ਤੁਸੀਂ ਡਾਇਰੈਕਟ 7 π/6 ਲੈ ਕੇ ਚੱਲਦੇ ਹੋ ਤਾਂ ਤੁਸੀਂ ਜਨਰਲ ਐਕਸਪ੍ਰੈਸ਼ਨ ਥੋੜ੍ਹਾ ਕਰੈਕਟਲੀ ਨਹੀਂ ਆ ਪਾਉਂਦਾ। ਸੋ ਇਸ ਕਰਕੇ ਇੰਨੀ ਕੁ ਆਪਾਂ ਇੰਟੈਲੈਕਚੁਅਲ ਹਾਈ ਕਰਨਾ ਆਪਣਾ ਇੰਟੈਲੈਕਚੁਅਲ ਲੈਵਲ ਕਿ ਆਪਣੇ ਕੋਲ ਜਨਰਲ ਐਕਸਪ੍ਰੈਸ਼ਨ ਇੱਦਾਂ ਨਿਕਲ ਕੇ ਆਉਂਦਾ। ਹੁਣ ਜਦੋਂ ਤੁਸੀਂ ਇਹਦੇ ਵਿੱਚ n ਦੀ ਵੈਲਿਊ 0s 1 ਵਗੈਰਾ ਫਿਲ ਕਰੋਗੇ ਤਾਂ ਤੁਹਾਡਾ ਜਿਹੜਾ ਆ ਜਨਰਲ ਐਕਸਪ੍ਰੈਸ਼ਨ ਬਿਲਕੁਲ ਐਗਜ਼ੈਕਟਲੀ ਕ੍ਰੀਏਟ ਹੋ ਜਾਏਗਾ। ਨੈਕਸਟ ਆਪਣੇ ਕੋਲ 8th ਕੁਐਸਚਨ ਵਿਚ ਇਜ਼ ਦਾ ਸੈਕੰਡ ਲਾਸਟ ਕੁਐਸਚਨ secant ਸਕੁਆਇਰ 2x ਇਜ਼ ਇਕੁਅਲ ਟੂ 1 ਮਾਈਨਸ tan 2x। ਇਹਦੇ ਵਿੱਚ ਆਪਾਂ ਆਇਡੈਂਟੀਟੀ ਯੂਜ਼ ਕਰਦੇ ਹਾਂ 1 ਪਲੱਸ tan ਸਕੁਆਇਰ 2x ਇਜ਼ ਇਕੁਅਲ ਟੂ 1 ਮਾਈਨਸ tan 2x, 1 ਨਾਲ 1 ਕੈਂਸਲ, tan ਸਕੁਆਇਰ 2x ਪਲੱਸ tan 2x ਇਜ਼ ਇਕੁਅਲ ਟੂ 0। tan 2x ਆਪਾਂ ਕਾਮਨ ਕੱਢਦੇ ਹੈਗੇ ਹਾਂ, ਜਦੋਂ ਕਾਮਨ ਕੱਢਿਆ tan of 2x tan 2x ਪਲੱਸ 1 ਇਕੁਅਲ ਟੂ 0। ਹੁਣ ਈਦਰ tan 2x 0 ਹੋ ਸਕਦਾ ਜਾਂ tan 2x ਪਲੱਸ 1 ਇਕੁਅਲ ਟੂ 0। ਜਦੋਂ ਹੁਣ tan ਦੇ ਵਿੱਚ ਐਂਗਲ 0 ਹੁੰਦਾ, ਆਪਾਂ ਇਹਦਾ ਰਿਜ਼ਲਟ ਪੜਿਆ ਕਿ ਐਂਗਲ n π ਦੇ ਬਰਾਬਰ ਹੋਏਗਾ। ਇੱਥੇ ਹੁਣ 2x ਦਿੱਤਾ ਹੋਇਆ ਐਂਗਲ ਤਾਂ x ਇਜ਼ ਇਕੁਅਲ ਟੂ n π/2 ਆਪਣੇ ਕੋਲ ਫਾਈਨਲ ਐਂਗਲ ਨਿਕਲ ਕੇ ਆ ਗਿਆ। ਇੱਧਰਲੇ ਪਾਸੇ ਆਪਣੇ ਕੋਲ tan 2x ਪਲੱਸ 1 ਇਕੁਅਲ ਟੂ 0, tan 2x ਇਜ਼ ਇਕੁਅਲ ਟੂ -1, tan 2x ਇਜ਼ ਇਕੁਅਲ ਟੂ -tan π/4। ਹੁਣ ਆਪਾਂ ਇੱਥੋਂ ਰਿਜ਼ਲਟ ਕੱਢ ਲਿਆ। ਹੁਣ -tan π/4 ਦੇਖੋ ਧਿਆਨ ਨਾਲ ਕਿ -π/4 ਕਿੱਦਾਂ ਲਿਖਿਆ, ਜਿੱਦਾਂ ਕਿ sin of -x ਮਾਈਨਸ sin x ਇਕੁਅਲ ਹੁੰਦਾ ਆ, cos of -x ਪਲੱਸ cos x ਇਕੁਅਲ ਹੁੰਦਾ ਆ, tan of -x ਜਿਹੜਾ ਆ -tan x ਇਕੁਅਲ ਹੁੰਦਾ। ਸੋ ਆਪਾਂ -tan x ਦੀ ਵੈਲਿਊ ਯੂਜ਼ ਕਰ ਲਈ tan of -x ਔਰ ਉੱਥੋਂ ਆਪਾਂ ਐਂਗਲ ਕੱਢ ਲਿਆ 2x ਇਜ਼ ਇਕੁਅਲ ਟੂ -π/4 ਔਰ ਆਪਾਂ ਨੂੰ ਇਹਦਾ ਰਿਜ਼ਲਟ ਆਉਂਦਾ ਹੈ 2x ਇਜ਼ ਇਕੁਅਲ ਟੂ n π ਪਲੱਸ ਐਲਫਾ। ਆਪਾਂ ਸਟੱਡੀ ਕੀਤਾ ਹੈ ਔਰ ਐਲਫਾ ਦੀ ਜਗ੍ਹਾ 'ਤੇ ਕੀ ਆ ਜਾਊਗਾ π/4, 2x ਇਜ਼ ਇਕੁਅਲ ਟੂ n π ਮਾਈਨਸ π/4 ਔਰ x ਦੀ ਵੈਲਿਊ ਕੀ ਆ ਗਈ n π/2 ਮਾਈਨਸ π/, ਜਿਹੜਾ ਆਪਾਂ ਅਲਟੀਮੇਟਲੀ x ਦੇ ਉੱਪਰ ਹੀ ਪਹੁੰਚਣਾ ਆ। ਸੋ ਲਾਸਟ ਕੁਐਸਚਨ ਇਜ਼ 9th ਕੁਐਸਚਨ sin x ਪਲੱਸ sin 3x ਪਲੱਸ sin 5x ਇਜ਼ ਇਕੁਅਲ ਟੂ 0। ਆਪਾਂ ਇਹਦੇ ਵਿੱਚ ਫਸਟ ਔਰ ਥਰਡ ਟਰਮ ਨੂੰ ਕੰਬਾਈਨ ਕਰ ਰਹੇ ਹਾਂ। sin x ਪਲੱਸ sin 5x ਪਲੱਸ sin 3x ਇਜ਼ ਇਕੁਅਲ ਟੂ 0। ਇਹ ਆਪਣੇ ਕੋਲ ਫਾਰਮੂਲਾ ਲੱਗ ਗਿਆ 2 sin c ਪਲੱਸ d/2 cos c ਮਾਈਨਸ d/2 ਪਲੱਸ sin 3x। ਸੋਲਵ ਕੀਤਾ 5x plus x 6x/2 cos of minus 4x/2 plus sin 3x। ਇਹ ਆਪਣੇ ਕੋਲ ਆ ਗਿਆ 2 sin 3x cos of minus x ਆਪਾਂ ਰਿਜ਼ਲਟ ਨਾਲ ਹੀ ਯੂਜ਼ ਕਰ ਲਿਆ cos 2x plus sin 3x is equal to 0। ਹੁਣ sin 3x ਦੋਨਾਂ 'ਚ ਕਾਮਨ ਆ ਗਿਆ 2 cos 2x plus 1 equal to 0। sin 3x is equal to 0 ਆਪਾਂ ਕਿਹੜਾ ਐਂਗਲ ਯੂਜ਼ ਕਰਾਂਗੇ n π ਯੂਜ਼ ਕਰਾਂਗੇ। ਜਦੋਂ sin ਐਂਗਲ 0 ਹੁੰਦਾ ਹੈ ਤਾਂ x ਦੀ ਵੈਲਿਊ ਆ ਗਈ ਆਪਣੇ ਕੋਲ n π/3। 2 cos 2x plus 1 equal to 0 ਆਪਣੇ ਕੋਲ ਆ ਗਿਆ 2 cos 2x is equal to -1 cos 2x is equal to -1/2। ਹੁਣ cos ਦੇ ਵਿੱਚ ਵੈਲਿਊ 1/2 ਕਿਤੇ ਹੁੰਦੀ ਹੈ 60 ਡਿਗਰੀ ਤੇ ਵੈਲਿਊ ਹੁੰਦੀ ਹੈ ਆਪਣੇ ਕੋਲ ਆ ਗਿਆ -cos π/3। ਇਹ ਕਿਹੜੇ ਕੁਆਡਰੈਂਟ 'ਚ ਆਇਆ ਸੈਕੰਡ ਕੁਆਡਰੈਂਟ ਲੈ ਲਿਆ ਆਪਾਂ cos π -π/3। cos 2x ਆਪਣੇ ਕੋਲ ਆ ਗਿਆ cos 2π/3 ਔਰ 2x ਆਪਣੇ ਕੋਲ ਕੀ ਆ ਗਿਆ ਆਪਾਂ ਰਿਜ਼ਲਟ ਸਟੱਡੀ ਕੀਤਾ ਹੈਗਾ ਆ cos ਦੇ ਵਿੱਚ ਆਪਣੇ ਕੋਲ ਰਿਜ਼ਲਟ ਸੀਗਾ ਆਪਾਂ ਚੈੱਕ ਕਰਦੇ ਹਾਂ ਥੀਟਾ ਇਜ਼ ਇਕੁਅਲ ਟੂ 2nπ ਪਲੱਸ ਮਾਈਨਸ ਐਲਫਾ ਔਰ ਇਹਦੇ ਵਿੱਚ ਹੁਣ ਆਪਣੇ ਕੋਲ 2x ਐਂਗਲ ਹੋ ਗਿਆ ਇੱਧਰ 2π/3 ਹੋ ਗਿਆ। ਆਪਾਂ ਐਗਜ਼ੈਕਟਲੀ ਅਪਲਾਈ ਕਰਕੇ x ਦੀ ਵੈਲਿਊ ਕੱਢ ਲਈ ਆਪਣੇ ਕੋਲ ਆ ਗਿਆ x ਇਜ਼ ਇਕੁਅਲ ਟੂ nπ ਪਲੱਸ ਮਾਈਨਸ π/3 ਇਜ਼ ਦਾ ਆਂਸਰ।